ਮੈਨੂੰ ਫੇਸ ਕਰ ਰਹੀ ਸੀ ਸੁਸ਼ਮਾ ਸਵਰਾਜ ਫੋਰਨ ਮਿਨਿਸਟਰ, ਉਹ ਨਾਂ ਦੀ ਸੀ, ਉਹ ਕੋਈ ਪ੍ਰਭਾਵ ਦੇਣ ਵਾਲੀ ਜਾਂ ਉਹਦਾ ਕੋਈ ਆਪਣੀ ਵੀ ਉਹਦੀ ਕੋਈ ਵਕਤ ਨਹੀਂ ਸੀ ਜਾਂ ਔਕਾਤ ਨਹੀਂ ਸੀ। ਮਾਈਕ ਪੋਂਪੀਓ ਕਹਿ ਰਿਹਾ ਹੈ ਕਿ ਜਿਹੜੀ ਉਹ ਤਾਂ ਐਵੇਂ ਇੱਕ ਡਰਾਮਾ ਸੀ, ਜੋਕਰ ਸੀ। ਅਸਲੀ ਜਿਹੜੀ ਗੱਲ ਕਰਨ ਵਾਲਾ ਤੇ ਮੋਦੀ ਦਾ ਅਸਲੀ ਕੌਨਫੀਡੈਂਟ ਜਿਹੜਾ ਸੀ, ਜਿਹਦੇ ਤੇ ਨਾਲ ਮੈਂ ਕੰਫਰਟੇਬਲ ਵੀ ਸੀ ਔਰ ਮੈਂ ਇੰਸਟੈਡ ਆਈ ਵਰਕਡ ਮਚ ਮੋਰ ਕਲੋਜ਼ਲੀ। ਹੁਣ ਫੋਰਨ ਮਿਨਿਸਟਰ ਸੁਸ਼ਮਾ ਸਵਰਾਜ ਹੈ ਤੇ ਪੋਂਪੀਓ ਸਾਹਿਬ ਕੰਮ ਕਰ ਰਹੇ ਨੇ ਅਜੀਤ ਡੋਵਲ ਦੇ ਨਾਲ। ਸੁਸ਼ਮਾ ਸਵਰਾਜ ਬਾਰੇ ਜਿਹੜੇ ਲਫ਼ਜ਼ ਕਹੇ ਔਰ ਜਦੋਂ ਹੁਣ ਐਸ ਜੈਸ਼ੰਕਰ ਦੀ ਤਾਰੀਫ ਕੀਤੀ ਤੇ ਐਸ ਜੈਸ਼ੰਕਰ ਨੇ ਕਿਹਾ ਕਿ ਜੀ ਮੈਂ ਜਿਹੜਾ ਇਹ ਟੋਲਰੇਟ ਨਹੀਂ ਕਰ ਸਕਦਾ ਇਹਨੇ ਜੋ ਸੁਸ਼ਮਾ ਸਵਰਾਜ ਦੀ ਬੇਇੱਜ਼ਤੀ ਕੀਤੀ ਹੈ। ਜੀ ਆਈ ਆਲਵੇਜ਼ ਹੈਲਡ ਹਰ ਇਨ great esteem and had an exceptionally close and warm relationship with her. I deplore the disrespectful colloquialism used for her. Viewers, welcome back on our program. So viewers, ਗੱਲਬਾਤ ਕਰਨ ਜਾ ਰਹੇ ਹਾਂ ਕਿ ਅਮਰੀਕਾ ਦੇ ਸਾਬਕਾ ਸੈਕਟਰੀ ਆਫ ਸਟੇਟ ਮਾਈਕ ਪੋਂਪੀਓ ਨੇ ਉਸ ਵੇਲੇ ਦੀ ਭਾਰਤ ਦੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਦਾ ਪੂਰਾ ਮਜ਼ਾਕ ਉਡਾਇਆ ਹੈ। ਉਸਨੇ ਅਜੀਤ ਡੋਵਾਲ ਨੂੰ ਨਰਿੰਦਰ ਮੋਦੀ ਦਾ ਖਾਸ ਬੰਦਾ ਦੱਸਦਿਆਂ ਭਾਰਤੀ ਡੈਮੋਕ੍ਰੇਸੀ ਦਾ ਪੋਲ ਵੀ ਖੋਲਿਆ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨੇ ਜਾਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਅਮਰੀਕਾ ਔਰ ਯੂਰਪ ਦੇ ਵਿੱਚ ਵੀ ਇੱਕ ਖਾਸ ਰਿਵਾਜ ਵੀ ਹੁੰਦਾ ਹੈ ਔਰ ਮਨੀ ਮੇਕਿੰਗ ਵੀ ਹੁੰਦੀ ਹੈ ਕਿ ਜਿਹੜੇ ਵੀ ਆਪਣੇ ਅਹੁਦੇ ਤੋਂ ਰਿਟਾਇਰ ਹੁੰਦੇ ਨੇ ਉਹ ਕੁਛ ਟਾਈਮ ਬਾਅਦ ਆਪਣੇ ਅਹੁਦੇ ਦੇ ਦੌਰਾਨ ਜਿਹੜੇ ਉਹਨਾਂ ਦੇ ਐਕਸਪੀਰੀਅੰਸਿਸ ਨੇ ਉਹਨਾਂ ਦੇ ਉੱਤੇ ਕਿਤਾਬ ਲਿਖਦੇ ਨੇ। ਉਹਨੂੰ ਕਿਉਂਕਿ ਕਿਤਾਬ ਲਈ ਅੱਜ ਕੱਲ੍ਹ ਰਾਈਟਰ ਵੀ ਮਿਲ ਜਾਂਦਾ ਹੈ, ਉਹ ਪਬਲਿਸ਼ਰ ਜਿਹੜਾ ਪਬਲਿਸ਼ਿੰਗ ਹਾਊਸ ਹੈ, ਕਿਉਂਕਿ ਮਨੀ ਸਾਰਿਆਂ ਨੇ ਮੇਕ ਕਰਨੀ ਹੁੰਦੀ ਹੈ, ਉਹਨੂੰ ਐਡਵਰਟਾਈਜ਼ ਵੀ ਕੀਤਾ ਜਾਂਦਾ ਹੈ। ਔਰ ਖ਼ਾਸ ਤੌਰ 'ਤੇ ਜਿਹੜੇ ਕੀ ਮੁੱਦਿਆਂ ਦੇ ਉੱਤੇ ਲਿਖਤਾਂ ਨੇ ਉਸ ਨੂੰ ਜਿਹੜਾ ਹੈ ਉਹ ਪਹਿਲਾਂ ਪ੍ਰੋਪਰਲੀ ਪ੍ਰਮੋਟ ਜਦੋਂ ਕੀਤਾ ਜਾਂਦਾ ਤਾਂ ਫਿਰ ਬਹੁਤ ਵੱਡੀ ਸੇਲ ਵੀ ਹੁੰਦੀ ਹੈ। ਜਿਵੇਂ ਅਸੀਂ ਦੇਖ ਰਹੇ ਹਾਂ ਕਿ ਡਾਇਨਾ ਦਾ ਛੋਟਾ ਪੁੱਤਰ ਜਿਹੜਾ ਮੇਗਨਾ ਨਾਲ ਵਿਆਹਿਆ ਹੈ, ਉਹਨੇ ਕਿਵੇਂ ਜਿਹੜਾ ਹੈ ਪਹਿਲਾਂ ਉਸ ਓਪਰਾ ਵਿਨਫਰੇ ਉਹਦੇ ਸ਼ੋਅ ਦੇ ਉੱਤੇ ਉਹ ਦੋਨੋਂ ਆਏ, ਪ੍ਰਿੰਸ ਔਰ ਮੇਗਨਾ, ਔਰ ਕਿਵੇਂ ਭੇਤ ਖੋਲੇ। ਔਰ ਉਹ ਸ਼ੋਅ ਮੇਰਾ ਖਿਆਲ ਹੈ ਜਿੰਨਾ ਮਕਬੂਲ ਹੋਇਆ ਓਪਰਾ ਵਿਨਫਰੇ ਦਾ ਪਹਿਲਾਂ ਕੋਈ ਨਹੀਂ ਹੋਇਆ ਹੋਣਾ। ਫਿਰ ਇੱਕ ਕਿਤਾਬ ਆਈ ਜਿਹਦੇ 'ਚ ਉਸ ਤੋਂ ਹੀ ਕਿੰਨੀ ਰਾਇਲਟੀ ਨਿਕਲੀ, ਜਿਹਦੇ 'ਚ ਉਹਨਾਂ ਨੇ ਅਗਲੇ ਭੇਤ ਖੋਲੇ। ਸੋ ਇਹ ਇੱਕ ਤਾਂ ਹੁੰਦਾ ਵੀ ਹੈ। ਦੂਸਰਾ, ਇਹ ਠੀਕ ਹੈ ਵੀ ਹਰ ਚੀਜ਼ ਨੂੰ ਤੁਸੀਂ ਜਿਹੜਾ ਉਹ ਐਬਸੋਲੂਟ ਟਰੂਥ ਤਾਂ ਨਹੀਂ ਮੰਨ ਸਕਦੇ, ਲੇਕਿਨ ਬਿਟਵੀਨ ਦਾ ਲਾਈਨਸ ਤੁਹਾਨੂੰ ਅੰਦਾਜ਼ਾ ਹੋ ਜਾਂਦਾ ਹੈ ਕਿ ਇਸ ਸਾਰੇ ਦਾ ਕੀ ਉਸ ਪੀਰੀਅਡ ਦਾ ਮਾਹੌਲ ਕੀ ਸੀ। ਔਰ ਕਿਉਂਕਿ ਜਦੋਂ ਇਸ ਕਿਸਮ ਦੀ ਗੱਲ ਕੋਈ ਦਾਅਵੇ ਨਾਲ ਕਹੀ ਜਾਂਦੀ ਹੈ, ਕਿਸੇ ਅਥਾਰਟੀ ਤੋਂ ਆਉਂਦੀ ਹੈ, ਤਾਂ ਉਹਨੂੰ ਤੁਸੀਂ 19-20 ਕਰਕੇ ਜਿਹੜਾ ਉਹ ਸਮਝ ਸਕਦੇ ਹੋ, ਜੇ ਉਹਨੂੰ 100/100 ਤੁਸੀਂ ਨਾ ਵੀ ਮੰਨੋ। ਹੁਣ ਮਾਈਕ ਪੋਂਪੀਓ ਜਿਹੜਾ ਟਰੰਪ ਦਾ ਸੈਕਟਰੀ ਆਫ ਸਟੇਟ ਸੀ, ਜ਼ਾਹਰ ਹੈ ਟਰੰਪ ਨੇ ਅਮਰੀਕਨ ਪ੍ਰੈਜ਼ੀਡੈਂਸੀਜ਼ ਨੂੰ ਇੱਕ ਡਿਕਟੇਟਰਸ਼ਿਪ ਦੇ ਵਿੱਚ ਹੀ ਬਦਲਿਆ। ਇਹਦੇ 'ਚ ਵੀ ਕੋਈ ਸ਼ੱਕ ਨਹੀਂ ਹੈ ਕਿ ਉਹਨੇ, ਕਿਉਂਕਿ ਉਹ ਪਹਿਲਾਂ ਕਦੇ ਪਿੰਡ ਦਾ ਸਰਪੰਚ ਵੀ ਨਹੀਂ ਸੀ ਬਣਿਆ, ਸਿੱਧਾ ਹੀ ਪ੍ਰੈਜ਼ੀਡੈਂਟ ਦੇ ਤੌਰ 'ਤੇ ਗਿਆ ਔਰ ਉਹਨੇ ਆਪਣੀ ਟੀਮ ਦੇ ਵਿੱਚ ਵੀ ਉਸ ਕਿਸਮ ਦੇ ਲੋਕ ਚੁਣੇ ਜਿਹੜੇ ਕਿਸੇ ਬਹੁਤੀ ਬਿਊਰੋਕਰੇਸੀ ਔਰ ਰੈੱਡ ਟੇਪ ਜਾਂ ਦੂਜੇ ਵਾਂਗ ਕੰਮ ਕਰਨ ਵਾਲੇ ਨਹੀਂ ਸੀ। ਆਜ਼ਾਦਾਨਾ ਜੇ ਲੋਕ, ਭਾਵੇਂ ਰੇਸਿਸਟ, ਲੇਕਿਨ ਕੁਇਕ ਫੈਸਲੇ ਲੈਣ ਵਾਲੇ, ਜਿਹੜੀ ਗੱਲ ਉਹਨਾਂ ਨੂੰ ਚੰਗੀ ਲੱਗਦੀ ਹੈ, ਨਹੀਂ ਲੱਗਦੀ। ਇਸ ਲਈ ਉਸ ਨੇ ਮਾਈਕ ਪੋਂਪੀਓ ਵੀ ਉਸ ਕੈਟਾਗਰੀ 'ਚੋਂ ਸੀ ਜਿਹਨੂੰ ਸੈਕਟਰੀ ਆਫ ਸਟੇਟ ਚੁਣਿਆ। ਫਿਰ ਉਹਨੇ ਆਪਣੀ ਸਿਕਿਉਰਿਟੀ ਦੇ ਤੌਰ 'ਤੇ ਜਿਹੜਾ ਨੈਸ਼ਨਲ ਸਿਕਿਉਰਿਟੀ ਐਂਬੈਸਡਰ ਜੌਨ ਬੋਲਟਨ, ਉਹ ਵੀ ਸਿਰੇ ਦਾ ਰੇਸਿਸਟ ਸੀ, ਲੇਕਿਨ ਆਪਣੇ ਕਿਸਮ ਦਾ ਜੋ ਵੀ ਉਹਨੇ ਫੈਸਲੇ ਲਏ ਜਾਂ ਦੂਜੇ। ਹੁਣ ਟਰੰਪ ਜਿਹੜਾ ਹੈ ਉਹ ਕੌਨਮੈਨ ਵੀ ਸੀ, ਇਹਦੇ 'ਚ ਤਾਂ ਕੋਈ ਸ਼ੱਕ ਨਹੀਂ ਹੈ ਕਿ ਉਸ ਨੇ ਕਿੱਥੇ ਕੀ ਕਹਿਣਾ ਹੈ ਕੀ ਨਹੀਂ ਕਹਿਣਾ ਉਹਨੂੰ ਬਹੁਤ ਪਤਾ ਹੁੰਦਾ ਸੀ। ਉਹ ਇਵੇਂ ਨਹੀਂ ਜਿਵੇਂ ਉਹ ਕਈ ਵਾਰ ਲੱਗਦਾ ਸੀ ਵੀ ਉਹਨੂੰ ਕੁਛ ਨਹੀਂ ਪਤਾ ਹੈ। ਔਰ ਅਜੇ ਤੱਕ ਵੀ ਇਹਦੇ ਬਾਵਜੂਦ ਕਿ ਕਿੰਨੇ ਪਾਸੇ ਉਸ ਨੂੰ ਲਪੇਟਿਆ ਗਿਆ, ਲੇਕਿਨ ਅਜੇ ਵੀ ਉਹਨੇ ਆਪਣਾ ਹੈਟ ਰਿੰਗ 'ਚ ਥਰੋ ਕੀਤਾ ਹੋਇਆ ਕਿ ਮੈਂ 2024 ਦੀਆਂ ਇਲੈਕਸ਼ਨਾਂ ਲੜਨੀਆਂ ਨੇ ਔਰ ਇਹ ਸਾਰੇ ਦੇ ਥੱਲੇ। ਸੋ ਮਾਈਕ ਪੋਂਪੀਓ ਵੀ ਹੁਣ ਜੇ ਟਰੰਪ ਦੀ ਅਸੀਂ ਫੋਰਨ ਪਾਲਿਸੀ ਦੇਖੀ ਹੈ ਜਿਹੜੀ ਮਾਈਕ ਪੋਂਪੀਓ ਦੇ ਪੀਰੀਅਡ 'ਚ ਆਈ, ਉਹਦੇ 'ਚ ਇੱਕ ਗੱਲ ਤਾਂ ਬਿਲਕੁਲ ਹੈ ਕਿ
ਤਾਲਿਬਾਨ ਦੇ ਨਾਲ ਵੀ ਜਿਹੜੀ ਡੀਲ ਸਟ੍ਰਾਈਕ ਕੀਤੀ ਫਾਈਨਲੀ, ਹਾਲਾਂਕਿ ਗੱਲਬਾਤ ਦੋਹਾ ਕਤਰ 'ਚ ਚੱਲ ਰਹੀ ਸੀ, ਉਹ ਟਰੰਪ ਪੀਰੀਅਡ ਦੇ ਵਿੱਚ ਹੀ ਆਈ। ਉਹਨੇ ਹੀ ਫੈਸਲਾ ਲਿਆ ਕਿ ਭਾਈ ਇਸ ਸਾਲ ਦੇ ਐਂਡ ਤੱਕ ਜਾਂ ਜਿਹੜੀ ਡੇਟ ਬਾਅਦ ਦੇ ਵਿੱਚੋਂ ਤਾਲਿਬਾਨ ਨੇ ਮੋਰ ਐਗਰੈਸਿਵਨੈਸ ਦਿਖਾਈ ਕਿ ਅਮਰੀਕਨ ਫੌਜਾਂ ਬਾਹਰ ਆ ਜਾਣਗੀਆਂ। ਇਸੇ ਤਰ੍ਹਾਂ ਇਰਾਕ 'ਚੋਂ ਵੀ ਫੌਜਾਂ ਕੱਢਣ ਦਾ ਫੈਸਲਾ ਟਰੰਪ ਸੋ ਇਹ ਜਦੋਂ ਅਸੀਂ ਮਾਈਕ ਪੋਂਪੀਓ ਦੀ ਗੱਲ ਕਰ ਰਹੇ ਹਾਂ, ਸੋ ਉਹਨੇ ਜਿਹੜੀ ਵੀ ਆਪਣੇ ਉਸ ਪੀਰੀਅਡ ਦਾ ਐਕਸਪੀਰੀਅੰਸ ਹੈ, ਔਰ ਵਰਸਟ ਪਾਰਟ ਜੇ ਅਸੀਂ ਦੇਖਦੇ ਹਾਂ ਕਿ ਇਸ ਪੀਰੀਅਡ ਦੇ ਵਿੱਚ ਹੀ ਬਾਲਾਕੋਟ ਇਨਸੀਡੈਂਟ ਹੋਈ, ਜਿਹਦੇ 'ਚ ਅਸੀਂ ਆਲਰੇਡੀ ਡਿਸਕਸ ਕਰਕੇ ਹਟੇ ਹਾਂ, ਔਰ ਇਹ ਜਿਹੜੀ ਸਾਰੀ ਜਾਣਕਾਰੀ ਹੈ ਕਿਸੇ ਹੋਰ ਪਾਸਿਓਂ ਨਹੀਂ ਆਈ। ਇਹ ਮਾਈਕ ਪੋਂਪੀਓ ਵੱਲੋਂ ਲਿਖੀ ਕਿਤਾਬ ਨੈਵਰ ਗਿਵ ਐਨ ਇੰਚ ਫਾਈਟਿੰਗ ਫਾਰ ਦਾ ਅਮਰੀਕਾ, ਉਸ ਦੇ ਕੰਟੈਂਟ ਨੇ ਜਿਹੜੇ ਅੱਜ ਸਾਰੇ ਪਾਸੇ ਡਿਸਕਸ ਹੋ ਰਹੇ ਨੇ। ਅਸੀਂ ਵੀ ਉਹਨੂੰ ਡਿਸਕਸ ਕਰ ਰਹੇ ਹਾਂ, ਔਰ ਅਸੀਂ ਆਲਰੇਡੀ ਡਿਸਕਸ ਕੀਤਾ ਹੈ ਕਿ ਮਾਈਕ ਪੋਂਪੀਓ ਨੇ ਕਿਵੇਂ ਉਹ ਜਿਹੜੀ ਰਾਤ ਹੈ ਜਿਸ ਦਿਨ ਬਾਲਾਕੋਟ ਵਾਲੀ ਸਟ੍ਰਾਈਕ ਹੁੰਦੀ ਹੈ, ਉਹਨੇ ਆਪਣਾ ਤਜਰਬਾ ਬਿਆਨਿਆ ਕਿ ਹਨੋਈ ਨਾਰਥ ਕੋਰੀਆ 'ਚ ਕਿਵੇਂ ਅੱਧੀ ਰਾਤ ਮੈਨੂੰ ਸੁੱਤੇ ਨੂੰ ਉਠਾ ਕੇ ਸੁਸ਼ਮਾ ਸਵਰਾਜ ਨੇ ਕਿਹਾ ਕਿ ਪਾਕਿਸਤਾਨ ਤਾਂ ਨਿਊਕਲੀਅਰ ਅਟੈਕ ਕਰਨ ਵਾਲਾ ਹੈ, ਔਰ ਅਸੀਂ ਕਿਵੇਂ ਫਿਰ ਸਾਰੀ ਰਾਤ ਜਾਗਦੇ ਰਹੇ, ਔਰ ਦਿੱਲੀ ਮਿਸ਼ਨ ਅਮਰੀਕਾ ਦਾ, ਇਸਲਾਮਾਬਾਦ ਮਿਸ਼ਨ, ਔਰ ਪਾਕਿਸਤਾਨ ਦੇ ਜਨਰਲ ਕਮਰ ਜਾਵੇਦ ਬਾਜਵਾ ਨੂੰ ਜਗਾਇਆ, ਔਰ ਕਿਵੇਂ ਉਹ ਜਿਹੜਾ ਇੱਕ ਨਿਊਕਲੀਅਰ ਕੈਟਾਸਟ੍ਰੋਫੀ ਹੋਣ ਜਾ ਰਹੀ ਸੀ ਉਸ ਨੂੰ ਕਿਵੇਂ ਰੋਕਿਆ। ਹੁਣ ਇਸ ਸਾਰੇ 'ਚ ਔਰ ਉਹਦੇ 'ਤੇ ਅਸੀਂ ਗੱਲ ਕੀਤੀ ਹੈ ਕਿ ਭਾਈ ਇਹ ਅਸੀਂ ਜਦੋਂ ਇਹ ਐਡਵੋਕੇਸੀ ਕਰਦੇ ਹਾਂ ਕਿ ਖਾਲਿਸਤਾਨ ਦੀ ਬਫਰ ਸਟੇਟ ਇੱਕ ਹੱਲ ਹੈ, ਇਹ ਤਿੰਨੋਂ ਹੀ ਨਿਊਕਲੀਅਰ ਪਾਵਰ ਚਾਈਨਾ, ਪਾਕਿਸਤਾਨ, ਇੰਡੀਆ, ਅਦਰਵਾਈਜ਼ ਮੁਕੰਮਲ ਤਬਾਹੀ ਕਿਸੇ ਵੇਲੇ ਵੀ ਜਿਹੜੀ ਆ ਉਹਨੇ ਸਪਰ ਆਫ ਏ ਮੋਮੈਂਟ ਈਵਨ ਜੇ ਕੋਈ ਗਲਤ ਅੰਦਾਜ਼ੇ ਵੀ ਹੁੰਦੇ ਨੇ, ਜਿਵੇਂ ਇੰਡੀਆ ਨੇ ਇਹੀ ਨਹੀਂ ਕਿ ਬਾਲਾਕੋਟ ਦਾ ਕੀਤਾ, ਉਸ ਤੋਂ ਬਾਅਦ ਅਸੀਂ ਦੇਖਦੇ ਹਾਂ ਜਿਹੜੀ ਇਹਨਾਂ ਦੀ ਇੱਕ ਬ੍ਰਹਮੋ ਮਿਸਲ ਜਾ ਕੇ ਪਾਕਿਸਤਾਨ 'ਚ ਲੈਂਡ ਕੀਤੀ, ਕਿੰਨੇ ਮੀਲ ਅੰਦਰ ਜਾ ਕੇ, ਉਦੋਂ ਵੀ ਪਾਕਿਸਤਾਨ ਰਿਟੈਲੀਏਟ ਕਰ ਸਕਦਾ ਸੀ। ਸੋ ਜੇ ਉੱਥੇ ਨਿਊਕਲੀਅਰ ਅਜੇ ਤੱਕ ਇਹ ਨਿਊਕਲੀਅਰ ਕਿਆਮਤ ਆਣੋਂ ਰੁਕੀ ਹੋਈ ਹੈ, ਤੇ ਦੋਨੋਂ ਵਾਰ ਪਾਕਿਸਤਾਨ ਨੇ ਰਿਸਟ੍ਰੇਨ ਦਿਖਾਇਆ। ਹਾਲਾਂਕਿ ਇਹ 2 ਵਾਰ ਹੋ ਗਿਆ, ਸ਼ਾਇਦ ਤੀਜੀ ਵਾਰ ਨਾ ਹੋਏ, ਫਿਰ ਇਹਨੂੰ ਕਮਜ਼ੋਰੀ ਮੰਨਿਆ ਜਾਏਗਾ। ਉਹਨਾਂ ਨੇ ਕਹਿਣਾ ਨਿਊਕਲੀਅਰ ਕੋਈ ਅਮਰੂਦ ਰੱਖੇ ਨੇ ਜਿਹੜੇ ਤੁਸੀਂ ਫਰੀਜ਼ ਕੀਤੇ ਹੋਏ ਨੇ, ਜਿਹਨਾਂ ਨੂੰ ਤੁਸੀਂ ਕੱਢਣਾ ਨਹੀਂ ਹੈ। ਸੋ ਇਵੈਂਚੁਅਲੀ ਇਹੀ ਹੁੰਦਾ, ਕਿਉਂਕਿ 2 ਚੀਜ਼ਾਂ ਤਾਂ ਸਾਹਮਣੇ ਆ ਗਈਆਂ। ਹੁਣ ਇਹ ਈਵਨ ਜਿਹੜਾ ਮਾਈਕ ਪੋਂਪੀਓ ਦੀ ਟੈਸਟੀਮਨੀ ਹੈ, ਪਰ ਇਸ ਸਾਰੇ ਦੇ ਵਿੱਚ ਜਦੋਂ ਉਹ ਸੁਸ਼ਮਾ ਸਵਰਾਜ ਨੂੰ ਹੀ ਕਹਿ ਰਿਹਾ ਉਹਦੇ ਭਾਣੇ ਬੰਦਾ ਹੀ ਹੈ, ਉਹਦੇ ਨਾਲ ਉਹ ਕਰ ਰਿਹਾ, ਪਰ ਉਹਦੇ 'ਚ ਉਹਨੇ 2 ਗੱਲਾਂ, ਹਾਲਾਂ ਇਹ ਨਹੀਂ ਹੈ ਵੀ ਉਹ ਮਿਲਿਆ ਨਹੀਂ ਸੀ ਹੋਇਆ ਸੁਸ਼ਮਾ ਸਵਰਾਜ ਨੂੰ, ਉਹਦੀ ਇੱਕ ਪਿਕਚਰ ਵੀ ਜਿਹੜੀ ਕਾਮਨ ਹੈ ਜਦੋਂ ਉਸ ਤੋਂ ਪਹਿਲਾਂ ਆਪਸੀ ਕਾਊਂਟਰ ਪਾਰਟ ਮਿਲਦੇ ਨੇ। ਔਰ ਅਨਫੋਰਚੂਨੇਟਲੀ ਸੁਸ਼ਮਾ ਸਵਰਾਜ ਇਹ ਵਾਕਿਆ ਫਰਵਰੀ 1919 'ਚ ਹੁੰਦਾ, ਔਰ ਜੇ ਮੈਂ ਗਲਤ ਨਾ ਹੋਵਾਂ ਤੇ ਮਈ ਦੇ ਵਿੱਚ ਜਿਹੜੀ ਹੈ ਸੁਸ਼ਮਾ ਸਵਰਾਜ ਦੀ ਹਾਰਟ ਅਟੈਕ ਨਾਲ ਡੈਥ ਹੋ ਗਈ ਸੀ। ਔਰ ਉਸ ਤੋਂ ਬਾਅਦ ਇਹ ਜਿਹੜਾ ਐਸ ਜੈ ਸ਼ੰਕਰ ਇਹ ਫੋਰਨ ਮਿਨਿਸਟਰ ਬਣੇ। ਹੁਣ 2 ਚੀਜ਼ਾਂ ਜਿਹੜੀਆਂ ਉਸ ਦੀ, ਕਿਉਂਕਿ ਬਹੁਤ ਸਾਰੇ ਤਾਂ ਜਸਟ ਨਿਊਕਲੀਅਰ ਦੀ ਡਿਸਕਸ ਹੀ ਕਰ ਰਹੇ ਨੇ, ਪਰ ਮੈਨੂੰ ਇਹ ਆਦਤ ਵੀ ਹੈ ਕਿ ਬਿਟਵੀਨ ਦਾ ਲਾਈਨਸ ਦੇਖਣ ਦੀ ਵੀ। ਜਦੋਂ ਅਸੀਂ ਇਹ ਕਹਿੰਦੇ ਹਾਂ ਕਿ ਭਾਈ ਇਹ ਜਿਹੜਾ ਇਸ ਵੇਲੇ ਨੀਤੀਆਂ ਬਣਾਉਣ ਵਾਲੇ ਨੇ, ਜਾਂ ਜਿਹੜੀ ਤ੍ਰਿਮੂਰਤੀ ਹੈ ਭਾਰਤ ਦੇ ਵਿੱਚ, ਕੀ ਹੋਣਾ ਹੈ, ਕੀ ਕਰਨਾ ਹੈ, ਗਵਾਂਢੀਆਂ ਨਾਲ ਕੀ ਕਰਨਾ ਹੈ, ਦੁਨੀਆ ਦੀ ਪਾਲਿਸੀ ਕੀ ਬਣਾਉਣੀ ਹੈ, ਇਹ 3 ਬੰਦੇ ਨੇ। ਬੇਸ਼ੱਕ ਹੈੱਡਕੁਆਟਰ ਨਾਗਪੁਰ ਹੈ, ਫਾਈਨਲ ਜਿਹੜੀ ਓਕੇ ਆ ਉਹ ਤਾਂ ਉੱਥੋਂ ਹੁੰਦੀ ਹੈ, ਲੇਕਿਨ ਮੋਦੀ, ਅਮਿਤ ਸ਼ਾਹ ਔਰ ਅਜੀਤ ਡੋਵਲ, ਬਾਕੀ ਸਾਰੇ ਮਤਲਬ ਮੰਤਰੀ ਇਹੀ ਨੇ, ਬਾਕੀ ਸਾਰੇ ਸੰਤਰੀ ਨੇ। ਔਰ ਇਹ ਗੱਲ ਈਵਨ ਮਾਈਕ ਪੋਂਪੀਓ ਦੀ ਇਸ ਕਿਤਾਬ 'ਚੋਂ ਵੀ ਜ਼ਾਹਰ ਹੁੰਦੀ ਹੈ, ਔਰ ਉਹ ਮੈਂ ਉਹਦੇ ਲਫ਼ਜ਼ ਹੀ ਦੁਹਰਾਉਣਾ ਚਾਹੁੰਦਾ ਕਿ ਭਾਈ ਜਿਹਦੇ 'ਚ ਉਹਨੇ ਇੱਕ ਤਾਂ ਸੁਸ਼ਮਾ ਸਵਰਾਜ ਨੂੰ ਉਹਨਾਂ ਨੇ ਜਾਲ, ਬੇਵਕੂਫ, ਜੋਕਰ ਜੋ ਵੀ ਕਿਹਾ ਜਾ ਸਕਦਾ। ਜਦੋਂ ਅਮਰੀਕਨ ਆਪਣੀ ਸਲੈਂਗ ਵਰਤਦੇ ਨੇ ਤਾਂ ਤੁਸੀਂ ਡਿਕਸ਼ਨਰੀ 'ਚ ਜਾਓਗੇ ਤੁਹਾਨੂੰ 10 ਲਫ਼ਜ਼ ਉਹਦੇ 'ਚੋਂ ਮਿਲਣਗੇ ਕਿ ਬਈ ਇਹਦਾ ਕੀ ਮਤਲਬ ਹੋ ਸਕਦੇ ਨੇ। ਔਰ ਇਹ ਤਾਂ ਪੱਕੇ ਰੇਸਿਸਟ ਕਲਾਸ ਦੇ ਸੀ ਕਿ ਬਈ ਉਹਦੇ 'ਚ ਉਹਨੇ ਇਹ ਕਿਹਾ ਕਿ ਬਈ ਉਹਨੇ ਕਿਹਾ ਕਿ ਬਈ ਔਨ ਦਾ ਇੰਡੀਅਨ ਸਾਈਡ ਮਾਈ ਓਰੀਜਨਲ ਕਾਊਂਟਰ ਪਾਰਟ ਵਾਜ਼ ਨਾਟ ਐਨ ਇੰਪੋਰਟੈਂਟ ਪਲੇਅਰ ਔਨ ਦਾ ਇੰਡੀਅਨ ਫੋਰਨ ਪਾਲਿਸੀ ਟੀਮ, ਕਿ ਜਿਹੜਾ ਮੈਨੂੰ ਫੇਸ ਕਰ ਰਹੀ ਸੀ ਸੁਸ਼ਮਾ ਸਵਰਾਜ ਫੋਰਨ ਮਿਨਿਸਟਰ, ਉਹ ਨਾਂ ਦੀ ਸੀ, ਉਹ ਕੋਈ ਪ੍ਰਭਾਵ ਦੇਣ ਵਾਲੀ ਜਾਂ ਉਹਦਾ ਕੋਈ ਆਪਣੀ ਵੀ ਉਹਦੀ ਕੋਈ ਵਕਤ ਨਹੀਂ ਸੀ ਜਾਂ ਔਕਾਤ ਨਹੀਂ ਸੀ। ਕਿਉਂ? ਉਹਨੇ ਕਿਹਾ ਇਨਸਟੈਡ ਆਈ ਵਰਕਡ ਮਚ ਮੋਰ ਕਲੋਜ਼ਲੀ ਵਿਦ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਅਜੀਤ ਡੋਵਲ, a close and trusted confidant of Prime Minister ਨਰਿੰਦਰ ਮੋਦੀ। ਹੁਣ ਇਹ ਪਹਿਲਾ ਕਨਕਲੂਜਨ ਤਾਂ ਇਹ ਹੈ ਕਿ ਜਿਹੜੀ ਫੋਰਨ ਪਾਲਿਸੀ ਹੈ, ਹੁਣ
ਸੁਸ਼ਮਾ ਸਵਰਾਜ ਕੋਈ ਛੋਟਾ ਨਾਂ ਨਹੀਂ ਸੀ। ਸੁਸ਼ਮਾ ਸਵਰਾਜ ਵਾਜਪਾਈ ਦੀ ਸਰਕਾਰ ਵੇਲੇ ਵੀ ਪਹਿਲੀ ਸਰਕਾਰ ਵੇਲੇ ਇਨਫੋਰਮੇਸ਼ਨ ਐਂਡ ਬ੍ਰਾਡਕਾਸਟਿੰਗ ਮਿਨਿਸਟਰ ਸੀ, ਬਾਅਦ ਦੇ ਵਿੱਚ ਫੋਰਨ ਮਿਨਿਸਟਰ ਰਹੀ। ਉਸ ਤੋਂ ਪਹਿਲਾਂ ਉਹ ਲੀਡਰ ਆਫ ਦਾ ਆਪੋਜੀਸ਼ਨ ਸੀ ਪਾਰਲੀਮੈਂਟ ਦੇ ਵਿੱਚ ਜਦੋਂ ਮਨਮੋਹਨ ਸਿੰਘ ਦੀ ਸਰਕਾਰ ਸੀ। ਔਰ ਉਸ ਸਾਰੇ ਦੇ ਚਲਦਿਆਂ ਜਿਹੜਾ ਇਹਨਾਂ ਦਾ ਫੇਸ ਸੀ ਮੇਨ, ਜਿਸ ਨੂੰ ਅੱਗੇ ਕੀਤਾ ਜਾਂਦਾ ਸੀ, ਹੁਣ ਇਹ ਮਾਈਕ ਪੋਂਪੀਓ ਕਹਿ ਰਿਹਾ ਹੈ ਕਿ ਜਿਹੜੀ ਉਹ ਤਾਂ ਐਵੇਂ ਇੱਕ ਡਰਾਮਾ ਸੀ, ਜੋਕਰ ਸੀ। ਅਸਲੀ ਜਿਹੜੀ ਗੱਲ ਕਰਨ ਵਾਲਾ ਤੇ ਮੋਦੀ ਦਾ ਅਸਲੀ ਕੌਨਫੀਡੈਂਟ ਜਿਹੜਾ ਸੀ, ਜਿਹਦੇ ਤੇ ਨਾਲ ਮੈਂ ਕੰਫਰਟੇਬਲ ਵੀ ਸੀ, ਔਰ ਮੈਂ ਇਨਸਟੈਡ ਆਈ ਵਰਕਡ ਮਚ ਮੋਰ ਕਲੋਜ਼ਲੀ। ਹੁਣ ਫੋਰਨ ਮਿਨਿਸਟਰ ਸੁਸ਼ਮਾ ਸਵਰਾਜ ਹੈ ਤੇ ਪੋਂਪੀਓ ਸਾਹਿਬ ਕੰਮ ਕਰ ਰਹੇ ਨੇ ਅਜੀਤ ਡੋਵਲ ਦੇ ਨਾਲ। ਸੋ ਪਾਵਰ ਕਿਹਦੇ ਕੋਲ ਹੈ? ਅਜੀਤ ਡੋਵਲ ਕੋਲ। ਔਰ ਉਹਨੂੰ ਸਿਕਿਉਰਿਟੀ ਐਡਵਾਈਜ਼ਰ ਵੀ ਹੈ ਔਰ ਇੰਟੈਲੀਜੈਂਸ IB ਉਸ ਸਾਰੇ ਚੋਂ ਨਿਕਲ ਕੇ ਅੱਗੇ ਆਇਆ ਹੋਇਆ। ਔਰ ਇਹ ਕਲੋਜ਼ ਐਂਡ ਟਰਸਟਡ ਕੌਨਫੀਡੈਂਟ ਆਫ ਨਰਿੰਦਰ ਮੋਦੀ। ਹੁਣ ਪਹਿਲਾਂ ਇਹ ਕਹਿ ਕੇ ਉਹਨੇ ਫਿਰ ਦੂਸਰਾ ਕਮੈਂਟ ਕੀਤਾ ਕਿ ਵੀ ਉਹਦੇ 'ਚ ਉਹਨਾਂ ਨੇ ਇਹ ਕਿਹਾ ਕਿ ਫਿਰ ਉਹਨੇ S ਜੈਸ਼ੰਕਰ ਬਾਰੇ ਕਿਹਾ ਕਿ ਵੀ ਮੈਂ ਤਾਰੀਫ ਕਰਦਾ, ਇਹਨੂੰ ਇੰਨੀਆਂ ਜ਼ਬਾਨਾਂ ਆਉਂਦੀਆਂ, ਇਹਦੇ ਨਾਲ ਮੈਂ ਕੰਫਰਟੇਬਲ ਹੈ, ਮੈਂ ਇਸ ਤੋਂ ਬਿਹਤਰ ਕੋਈ ਹੋ ਨਹੀਂ ਸੀ ਸਕਦਾ। ਔਰ ਆਈ ਲਵ ਦਿਸ ਗਾਈ, ਇੰਗਲਿਸ਼ ਇਜ਼ ਵਨ ਆਫ ਦਾ 7 ਲੈਂਗੁਏਜਸ ਹੀ ਸਪੀਕਸ ਐਂਡ ਹਿਜ਼ ਇਜ਼ ਸਮਵੇਅਰ ਬੈਟਰ ਦੈਨ ਮਾਈਨ। ਇਹ ਅਮਰੀਕਨਾਂ ਦਾ ਇਹ ਵੀ ਤਰੀਕਾ ਰਿਡੀਕਿਊਲ ਕਰਨ ਦਾ ਹੁੰਦਾ। ਕਈ ਵਾਰ ਜਿਹੜੇ ਲੋਕ ਇੱਥੇ ਨਵੇਂ ਆਉਂਦੇ ਨੇ ਔਰ ਐਕਸੈਂਟ 'ਚ ਬੋਲਦੇ ਨੇ ਜਿਸ ਕਿਸਮ ਦਾ ਉੱਥੋਂ ਹੁੰਦਾ, ਤੇ ਉਹਨਾਂ ਦਾ ਬੌਸ ਉਹਨੂੰ ਕਹਿਣ ਲੱਗੇ, ਓ ਮੈਨ ਯੂਅਰ ਇੰਗਲਿਸ਼ ਇਜ਼ ਬੈਟਰ ਦੈਨ ਮੀ। ਮਤਲਬ ਇਹ ਉਹਨੂੰ ਹੌਸਲਾ ਦੇਣ ਲਈ ਹੁੰਦਾ ਹੈ। ਔਰ ਇਹ ਮੈਂ S ਜੈਸ਼ੰਕਰ ਨੂੰ ਬੋਲਦੇ ਆ ਵੀ ਸੁਣਿਆ ਜਾਂ ਦੂਜਾ ਥਰਡ ਰੇਟ, ਹਾਲਾਂਕਿ ਇਹ ਉਸ ਨਾਲੋਂ ਮੱਚ ਬੈਟਰ ਜਿਹੜਾ ਉਹਦਾ ਤੁਸੀਂ ਅੰਗਰੇਜ਼ੀ ਸੁਣੋ, ਉਹਦੀ ਪ੍ਰੈਸ ਕਾਨਫਰੰਸ ਦੂਜਾ ਦੇਖੋ। ਲੇਕਿਨ ਇਹ ਵੀ ਮੈਂ ਸਮਝਦਾ ਵੀ ਉਹਦੀ ਪਿੱਠ ਹੀ ਠੋਕ ਰਿਹਾ, ਜਿਵੇਂ ਉਹ ਐਕਸੈਂਟ ਵਾਲਿਆਂ ਦੇ ਹੁੰਦਾ ਸੀ, ਯੂ ਸਪੀਕ ਬੈਟਰ ਇੰਗਲਿਸ਼ ਦੈਨ ਮੀ। ਹੁਣ ਇਹ ਕਹਿ ਕੇ ਉਹਨੇ ਕਿਹਾ ਜੀ ਇਸ ਤੋਂ ਵਧੀਆ ਮੈਨੂੰ ਨਹੀਂ ਸੀ ਮਿਲ ਸਕਦਾ। ਔਰ ਇਸ 'ਚ ਉਹਨੇ ਜਿਹੜਾ ਸੁਸ਼ਮਾ ਸਵਰਾਜ ਬਾਰੇ ਜਿਹੜੇ ਲਫ਼ਜ਼ ਕਹੇ, ਔਰ ਜਦੋਂ ਹੁਣ S ਜੈਸ਼ੰਕਰ ਦੀ ਤਾਰੀਫ ਕੀਤੀ ਤੇ S ਜੈਸ਼ੰਕਰ ਨੇ ਕਿਹਾ ਕਿ ਜੀ ਮੈਂ ਜਿਹੜਾ ਇਹ ਟੋਲਰੇਟ ਨਹੀਂ ਕਰ ਸਕਦਾ ਇਹਨੇ ਜੋ ਸੁਸ਼ਮਾ ਸਵਰਾਜ ਦੀ ਬੇਇੱਜ਼ਤੀ ਕੀਤੀ ਹੈ। ਔਰ ਉਹਦੇ 'ਚ ਉਹਨੇ, ਕਿਉਂਕਿ ਪੋਂਪੀਓ ਨੇ ਇਹ ਕਿਹਾ ਕਿ ਮਿਸਟਰ ਜੈਸ਼ੰਕਰ ਕੁਡ ਸੀ ਵਾਈ ਆਈ ਹੈਡ ਟਰਬਲ ਵਿਦ ਹਿਜ਼ ਪ੍ਰੀਡੈਸੈਸਰ, ਏ ਗੂਫਬਾਲ ਐਂਡ ਏ ਹਾਰਟਲੈਂਡ ਪੋਲੀਟੀਕਲ ਹੈਕ। ਇਹ ਐਸੇ ਖਤਰਨਾਕ ਲਫ਼ਜ਼ ਨੇ, ਜਦੋਂ ਤੁਸੀਂ ਗੂਫਬਾਲ ਦੇਖੋਗੇ ਤੇ ਉਹ ਸਾਰੇ ਲਫ਼ਜ਼ ਜੋਕਰ, ਅਨਪੜ੍ਹ, ਖੋਤਾ, ਭੈਂਸ, ਮੱਝ, ਜੋ ਮਰਜ਼ੀ ਲਫ਼ਜ਼ ਕਹੋ ਉਹ ਸਾਰੇ ਦੇ। ਔਰ ਇਹੀ ਜਿਹੜਾ ਹਾਰਟਲੈਂਡ ਪੋਲੀਟੀਕਲ ਹੈਕ ਦੇ ਲਈ ਵੀ ਇਹੀ ਕੁਛ ਇਸਤੇਮਾਲ। ਯਾਨੀ ਹੁਣ S ਜੈਸ਼ੰਕਰ ਨੂੰ ਇਹ ਪਤਾ ਨਹੀਂ ਲੱਗ ਰਿਹਾ ਵੀ ਜਿਹੜੀ ਉਹਦੀ ਤਾਰੀਫ ਕੀਤੀ ਹੈ, ਜਿਹੜੀ ਮੈਨੂੰ ਲੱਗਦਾ ਤਾਰੀਫ ਨਹੀਂ ਹੈ, ਉਹ ਵੀ ਉਹਨੇ ਕਿਹਾ ਕਿ ਯੂ ਹੈਵ ਬੈਟਰ ਇੰਗਲਿਸ਼ ਦੈਨ ਮੀ ਵਾਂਗ, ਕਿ ਵੀ ਕਿ ਜਾਂ ਜਿਹੜੀ ਸਾਡੀ ਫੋਰਨ ਮਿਨਿਸਟਰ ਹੈ ਉਹਦਾ ਜਿਹੜਾ ਜਲੂਸ ਕੱਢਿਆ ਉਹਨੇ ਕਿ ਭਾਈ ਇਹ ਇਸ ਕਿਸਮ ਦਾ ਬਿਲਕੁਲ ਹੀ ਜਿਹੜੀ ਇੱਕ ਜੋਕਰ ਵਾਂਗ ਔਰ ਦੂਸਰਾ ਪਾਰਟ ਹੈ। ਔਰ ਉਹਨੇ ਇਸ ਨੂੰ ਡਿਫੈਂਡ ਕੀਤਾ ਜੈਸ਼ੰਕਰ ਨੇ। ਉਹਨੇ ਕਿਹਾ ਜੀ ਆਈ ਆਲਵੇਜ਼ ਹੈਲਡ ਹਰ ਇਨ great esteem and had an exceptionally close and warm relationship with her. I deplore the disrespectful colloquialism used for her. ਇਹ colloquialism ਹੈ ਕਿਉਂਕਿ ਅਮਰੀਕਨ ਸਲੈਂਗ ਦੇ ਵਿੱਚ ਉਹ ਜੋ ਕਹਿ ਸਕਦਾ ਸੀ ਉਹ ਸਾਰੇ ਨੇ ਕਿਹਾ। ਪਰ ਇਸ ਤੋਂ ਜਿਹੜਾ ਜਿਵੇਂ ਮੈਂ ਕਿਹਾ ਵੀ ਇੱਕ ਗੱਲ ਤਾਂ ਇਹ ਨਿਕਲਦੀ ਹੈ ਕਿ ਅਲਟੀਮੇਟਲੀ ਜੋ ਵੀ ਹੋ ਰਿਹਾ, ਅਜੀਤ ਡੋਵਲ ਇਜ਼ ਦਾ ਵਨ। ਉਹੀ ਫੋਰਨ ਮਿਨਿਸਟਰ ਹੈ, ਉਹੀ ਬਾਕੀ ਮਿਨਿਸਟਰ ਹੈ ਤੇ ਉਹੀ ਰਨ ਕਰ ਰਿਹਾ। ਤੇ ਸੈਕੰਡਲੀ ਉਸ ਪੀਰੀਅਡ ਦੇ ਵਿੱਚ ਹੁਣ ਇਹ ਅਸੀਂ ਗੱਲ ਕਰ ਰਹੇ ਹਾਂ ਫੈਬਰੂਰੀ ਮਹੀਨੇ ਦੇ ਵਿੱਚ 2019 ਚ, ਬਿਲਕੁਲ ਜਦੋਂ ਕਿ ਇਹ ਕਰਤੂਤ ਕੀਤੀ ਜਾਂਦੀ ਹੈ। ਫਿਰ 5 ਅਗਸਤ 2019 ਨੂੰ ਜੰਮੂ ਕਸ਼ਮੀਰ ਦਾ ਸਟੇਟਸ ਆਰਟੀਕਲ 370 35A ਖਤਮ ਕਰ ਦਿੱਤਾ ਜਾਂਦਾ ਹੈ, ਸੂਬੇ ਦਾ ਵਜੂਦ ਵੀ ਖਤਮ ਕਰ ਦਿੱਤਾ ਜਾਂਦਾ ਹੈ। ਹੁਣ ਇਹ ਸਾਰਾ ਪਾਰਟ ਵੀ ਕਿਉਂਕਿ ਇਹ ਅਜੀਤ ਡੋਵਲ ਦੀ ਹੀ ਜਿਹੜੀ ਲਾਈਨ ਹੈ ਜਿਸ ਨੂੰ ਟੋ ਕੀਤਾ ਗਿਆ, ਪਰ ਇੱਥੇ ਹੁਣੇ ਇਹਨੇ ਜਿਹੜਾ ਉਹ ਮਾਈਕ ਪੋਂਪੀਓ ਨੇ ਨਹੀਂ ਦੱਸਣਾ ਹੈ ਕਿ ਭਾਈ ਇਹ ਜਿਹੜਾ ਸਾਰਾ ਕੰਮ ਸੀ ਇਹ ਕਿਵੇਂ ਟਰੰਪ ਨੇ ਇਸ ਦੀ ਔਰ ਇਹਨੇ ਖੁਦ ਆਗਿਆ ਦਿੱਤੀ ਕਿਉਂਕਿ ਇਹਦੇ 'ਚ ਤਾਂ ਕੋਈ ਸ਼ੱਕ ਨਹੀਂ ਹੈ ਕਿ ਟਰੰਪ ਹੋਏ ਜਾਂ
ਜੌਨ ਬੋਲਟਨ ਹੋਏ ਜਿਹੜਾ ਇਹਨਾਂ ਦਾ ਸਿਕਿਉਰਿਟੀ ਐਡਵਾਈਜ਼ਰ ਸੀ, ਜਾਂ ਮਾਈਕ ਪੋਂਪੀਓ ਹੋਏ, ਐਕਸਟ੍ਰੀਮ ਰਾਈਟ ਵਿੰਗਰ, ਰੇਸਿਸਟ, ਸੋ ਐਂਟਾਈ ਇਸਲਾਮ ਜ਼ਾਹਰਾ ਤੌਰ ਦੇ ਉੱਤੇ। ਸੋ ਹਿੰਦੂ ਤਵੀਆਂ ਨੇ ਇੱਕ ਪਾਸੇ ਉਧਰ ਚਲਾਕੀ ਕਰਕੇ ਪਾਕਿਸਤਾਨ ਨੂੰ ਰੁਕਵਾਇਆ ਕਿ ਕੋਈ ਨਿਊਕਲੀਅਰ ਰਿਟੈਲੀਏਸ਼ਨ ਨਾ ਹੋ ਜਾਏ। ਦੂਸਰੇ ਪਾਸੇ ਅਸੀਂ ਦੇਖਦੇ ਹਾਂ ਕਿ ਕੁਝ ਮਹੀਨਿਆਂ ਬਾਅਦ ਹੀ ਜਦੋਂ ਨਵੀਂ ਪਾਰਲੀਮੈਂਟ ਹੋਣ ਦੇ ਵਿੱਚ ਆਉਂਦੀ ਹੈ, ਮੋਦੀ ਜਿਹੜਾ ਉਹ 2/3 ਮੈਜੋਰਟੀ ਨਾਲ ਆਉਂਦਾ ਹੈ ਤੇ ਕਸ਼ਮੀਰ ਦਾ ਵੀ ਕੰਮ ਕਰਤਾ ਜਾਂਦਾ ਹੈ। ਟਰੰਪ ਔਰ ਇਹ ਜਿਹੜੇ ਨੇ ਜੌਨ ਬੋਲਟਨ ਔਰ ਇਹ ਮਾਈਕ ਪੋਂਪੀਓ, ਇਹ ਸਾਰੇ ਮੂੰਹ ਬੰਦ ਕਰਕੇ ਬੈਠ ਜਾਂਦੇ ਨੇ। ਸੋ ਇਹ ਤੁਹਾਨੂੰ ਥੋੜ੍ਹੀਆਂ ਬਹੁਤ ਇੰਡੀਕੇਸ਼ਨਸ ਮਿਲਦੀਆਂ ਨੇ ਕਿ ਭਾਈ ਇੱਥੇ ਕੋਈ ਮੈਰਿਟ ਜਾਂ ਇਖਲਾਕ ਜਾਂ ਕੋਈ ਰਾਈਟੀਅਸਨੈਸ, ਕੀ ਚੀਜ਼ ਠੀਕ ਹੈ ਗਲਤ ਹੈ, ਇਹਦੇ ਤੇ ਆਧਾਰਿਤ ਫੈਸਲੇ ਨਹੀਂ ਹੁੰਦੇ। ਇਹ ਅਲਟੀਮੇਟਲੀ ਇਵੇਂ ਹੀ ਜਿਹੜੇ ਨੇ ਇੰਟੈਲੀਜੈਂਸ ਏਜੰਸੀਆਂ ਦੇ ਵਾਲੇ ਹੀ ਜਿਹੜੇ ਨੇ ਉਹ ਇਨਵੋਲਵ ਹੁੰਦੇ ਨੇ। ਔਰ ਇਸ ਵੇਲੇ ਅਜੀਤ ਡੋਵਲ ਜਿਹੜਾ ਹੈ ਉਹ ਭਾਰਤ ਦੀ ਕਿਸਮਤ ਨੂੰ ਤਬਾਹ ਕਰਨ ਦੇ ਫੈਸਲਿਆਂ ਦੇ ਉੱਤੇ ਬੜੀ ਤੇਜ਼ੀ ਦੇ ਨਾਲ ਆਪਣੀ ਇਬਾਰਤ ਲਿਖ ਰਹੇ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਇਸ ਵਕਤ ਨੇ ਬ੍ਰੇਕ ਵਿਊਅਰਸ, ਤੁਸੀਂ ਇਸੇ ਤਰ੍ਹਾਂ ਜੁੜੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।